ਇਹ ਰੋਂਦੇ ਕਰਲਾਉਂਦੇ ਤਸਵੀਰਾਂ ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੋ ਰਿਹਾ ਹੈ ਭਾਵੁਕ। ਦਰਅਸਲ ਇਹ ਤਸਵੀਰਾਂ ਨੇ ਰੂਪਨਗਰ ਦੇ ਨੂਰਪੁਰ ਵੇਦੀ ਬਲਾਕ ਦੇ, ਜਿੱਥੇ ਰੋਜੀ ਰੋਟੀ ਦੀ ਭਾਲ ਦੇ ਵਿੱਚ ਗਿਆ ਇੱਕ ਨੌਜਵਾਨ ਦੀ ਕਹਾਣੀ ਸੁਣ ਕੇ ਹਰ ਕੋਈ हैरान हो जाता है तो हर किसी दी अखां नम हो जाती है। जरनैल सिंह पुत्र हरप्रीत सिंह वासी पिंड मुन्निया नूरपुर वेदी, जो कि रोजी रोटी दी भाल दे विच सऊदी अरब दे विच ड्राइविंग करन दे लई जांदा है, पर विदेशां दे विच कुछ अजिहा हुंदा है कि उसकी जिंदगी नरक बन जाती है ते जिंदगी दा पासा एकदम पलट जाता है। दरअसल पिछले 19 महीनों तो सऊदी अरब की जेल दे विच ये नौजवान बंद पिया सी। हुण ओह रिहा हो के भारत वापस आ गया। समाज सेवी गौरव राणा अते डॉक्टर दविंदर बजाज ने नौजवान की रिहाई दे लई विदेश मंत्रालय नाल पत्रां राहीं गलबात भी की, जिस तो बाद हुण हरप्रीत सिंह सऊदी अरब तो रिहा हो के वापस अपने घर परत आया है। वह अपने पद्धर उत्ते सऊदी अरब तो भारत वापस आया है। दरअसल परिवार मुताबिक हरप्रीत सिंह अपने पाकिस्तानी दोस्त राशिद खान बखत मान दी बेईमानी का शिकार हो गया सी। हरप्रीत सिंह दी माता सुनीता देवी अते पिता जरनैल सिंह ने भी अपने पुत्र दी रिहाई दे लई सियासी आगुआं तक पहुंच की थी, पर उन्हां दी इस पहुंच का कोई हल ना निकलिया। माता सुनीता देवी ने दस्सिया कि उन्हां दा पुत्र हरप्रीत सिंह बिना जरा ग्रुप ऑफ कंपनी दे विच ड्राइवरी वजों काम करदा सी। इस दे लई 2019 दे विच सऊदी अरब गया। उसने नाल अपना मजदूरी करन वाले पाकिस्तानी व्यक्ति राशिद खान बखत मनीर दे कुछ घरेलू समान होने कारण बहाना लगा के अपनी कार दे विच बैग पा लिया अते हरप्रीत नूं बैग सऊदी अरब दे विच उसदे रिश्तेदार दी दुकान उत्ते देण लई कहा। काफ़ी देर बाद जदों दुकान नूं चोरी दे तांबे दा समान समेत फड़िया गया तां उसने हरप्रीत सिंह दा नाम लै दित्ता ते कहा कि यह बैग ਉਹ ਮੁੰਡਾ ਲੈ ਕੇ ਆਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਅਦ ਵਿੱਚ ਪਾਕਿਸਤਾਨੀ ਵਿਅਕਤੀ ਰਾਸ਼ਿਦ ਖਾਨ ਨੇ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਕੀ ਹੈ ਪੂਰਾ ਮਾਮਲਾ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੇ ਪਰਿਵਾਰ ਦੇ ਰਾਹੀਂ। ਜ਼ਿੰਦਗੀ ਦਾ ਦੀ ਤਾਂ ਮੁੱਕੀ ਹੋਈ ਸੀ ਇੱਕ ਤਰ੍ਹਾਂ ਦਾ। ਉੱਥੇ ਮੈਂ ਇਕੱਲਾ ਨਹੀਂ, ਬਹੁਤ ਇੰਡੀਅਨ ਮੁੰਡੇ ਫਸੇ ਹੋਏ ਆ। ਅੱਛਾ। ਤੇ ਨੰਬਰ 2 ਮੇਰੀ ਕੰਪਨੀ ਨੇ ਮੇਰੇ ਤੇ ਝੂਠਾ ਕੇਸ ਪਾ ਛੱਡਿਆ ਸੀਗਾ। ਤੇ ਕੀ ਹੋਈ ਤੀ ਮੜ ਜੀ ਘਟਨਾ ਸੁਣਾ ਦਿਓ। ਘਟਨਾ ਕੁਛ ਨਹੀਂ ਹੋਈ ਸੀਗੀ ਜੀ। ਇੱਕ ਪਾਕਿਸਤਾਨੀ ਸੀਗਾ ਦੋਸਤ ਮੇਰੇ ਨਾਲ, ਤੇ ਉਹ ਮੈਨੂੰ ਨਾ ਕੀਸ ਦਿੱਤਾ। ਮੈਨੂੰ ਇੰਨੀ ਅਰਬੀ ਵੀ ਨਾ ਆਉਂਦੀ ਸੀ ਉਸ ਟਾਈਮ। ਉਹਨੇ ਮੈਨੂੰ ਕੀਸ ਕਿਹਾ ਵੀ ਫਲਾਣੇ ਬੰਦੇ ਨੂੰ ਦੇਣਾ। ਇੱਕ ਜਮਨੀ ਨੂੰ ਮੈਂ ਉਹ ਦੇ ਛੱਡਿਆ ਜੀ। ਤੇ ਉਹ ਮੈਨੂੰ ਕਹਿੰਦਾ ਵੀ ਤੈਨੂੰ ਮੈਂ ਦੂਸਰੇ ਦਿਨ ਪੈਸੇ ਦਊਂਗਾ। ਦੂਸਰੇ ਦਿਨ ਪੈਸੇ ਦਿੱਤੇ ਜੀ। ਉਹ 3 ਦਿਨ ਦੇ ਬਾਅਦ ਜਾਣੀ ਕਿ 4 ਦਿਨ ਦੇ ਬਾਅਦ ਉਹ ਫੜਿਆ ਗਿਆ ਜਮਨੀ, ਕਿਉਂਕਿ ਉੱਥੇ ਮਮਨੂ ਸੀਗਾ। ਉਹ ਫੜਿਆ ਗਿਆ, ਉਹਨੇ ਸਿੱਧਾ ਨਾਮ ਮੇਰਾ ਲੈ ਦਿੱਤਾ। ਤੇ ਉਹ ਪਾਕਿਸਤਾਨੀ ਨੇ ਆਪ ਬਚਦਾ ਹੋਇਆ, ਕਿਉਂਕਿ ਉਹ ਅਰਬੀ ਦਾ ਪੂਰਾ ਤਜਰਬੇਕਾਰ ਤਾ, ਉਹਨੇ ਮੈਨੂੰ ਫਸਾ ਛੱਡਿਆ ਜੀ। ਫਿਰ ਕਿੰਨੀ ਦੇਰ ਕਿੱਦਾਂ ਕਿਆ? ਮੈਨੂੰ 1 ਸਾਲ ਦਾ ਹੁਕਮ ਹੋਇਆ ਸੀਗਾ ਜੀ। ਅੱਛਾ। ਤੇ ਮੈਂ ਹੁਣ 2 ਮਹੀਨੇ ਕੱਟ 2 ਸਾਲ ਕੱਟ ਕੇ ਆਇਆ ਜੀ ਉੱਥੇ। 1 ਸਾਲ ਦਾ ਹੋ ਜਾਣੀ 2 ਸਾਲ ਕੱਟੇ, ਜਾਣੀ ਕਿ 2 ਸਾਲ 2 ਮਹੀਨੇ ਘੱਟ ਹੈ ਜੀ 2 ਸਾਲ ਚ। 22 ਮਹੀਨੇ ਮੈਂ 2019 ਚ 25 ਦਸੰਬਰ ਨੂੰ ਗਿਆ ਸੀਗਾ ਜੀ। ਉੱਥੇ ਤੁਹਾਡੇ ਨਾਲ ਇਹ ਘਟਨਾ ਕਦੋਂ ਦੀ ਹੈ? ਜਦੋਂ ਇਹ 2021 ਦੀ ਜੀ 8ਵੇਂ ਮਹੀਨੇ ਦੀ ਘਟਨਾ ਜੀ। ਇਹ ਤੁਹਾਡੇ ਜੇਲ੍ਹ 'ਚ ਕਿਆ ਹਾਲਾਤ ਬੀਤੇ? ਹਾਲਾਤ ਤਾਂ ਬੜੇ ਮਾੜੇ ਜੀ, ਤੁਹਾਨੂੰ ਹੁਣ ਮੈਂ ਕਿਆ ਦੱਸਾਂ। ਕੋਈ ਨਹੀਂ ਦੱਸਣਾ ਪੈਣਾ ਭਰਾ। ਬਾਕੀਆਂ ਦੇ ਵੀ ਬਚਣ ਨੌਜਵਾਨ ਅੱਗੇ ਮੁੰਡੇ। ਬਸ ਜੀ ਉੱਥੇ ਬੜੇ ਮਾੜੇ ਹਾਲਤ ਆ ਜੀ। ਅੱਛਾ। ਪੱਖਪਾਤ ਕਰਦੇ ਬਈ? ਪੱਖਪਾਤ ਕਰਦੇ ਜੀ। ਮੇਰੇ ਬਾਲ ਲਾ ਛੱਡੇ ਉਹਨੀ। ਮੈਂ ਸਰਦਾਰ ਦਾ ਜੀ ਜੇਲ੍ਹ ਦੇ ਵਿੱਚ ਦਾਰੇ? ਹਾਂਜੀ। ਪੁਲਿਸ ਨੇ ਵੀ ਕੋਈ ਤਸ਼ੱਦਦ ਕੀਤਾ ਇਸ ਤਰ੍ਹਾਂ? ਪੁਲਿਸ ਨੇ ਨਹੀਂ, ਉਹ ਬਸ ਉਹ ਕਹਿੰਦੇ ਲਾਜ਼ਮ ਕੱਟਣੇ ਪੈਣੇ ਤੈਨੂੰ। 2 ਦਿਨ ਬੰਨ ਕੇ ਰੱਖਿਆ ਉਹਨੇ ਬਾੜਾ ਕਰਕੇ? ਬੰਨ ਕੇ ਰੱਖੇ, ਹੱਥ ਘੜੀ ਲਾ ਕੇ ਰੱਖੀ 2 ਦਿਨ। ਇਹ ਥਾਣੇ 'ਚ ਕੇਸ ਕਦਰ ਕੀਤੇ ਸੀ? ਨਹੀਂ ਜੀ, ਇਹ ਜਾਂ ਜੇਲ੍ਹ 'ਚ ਲੈ ਕੇ ਜਾਂਦੇ ਨਾ ਜੀ। ਉੱਥੇ ਥਾਣੇ ਵਾਲਿਆਂ ਨੇ ਕੁਛ ਨਹੀਂ ਕਿਹਾ। ਜੇਲ੍ਹ 'ਚ ਲੈ ਕੇ ਜਾਂਦੇ ਨਾ ਜੀ, ਤੇ ਉੱਥੇ ਕਰਾਉਂਦੇ ਜੀ। ਕੁੱਲ ਕਿੰਨਾ ਸਮਾਂ ਤੁਸੀਂ ਫਿਰ ਜੇਲ੍ਹ 'ਚ ਰਹੇ ਇੱਥੇ? ਮੈਂ ਜੀ 2 ਮਹੀਨੇ ਕੱਟ, ਹੁਣ 22 ਮਹੀਨੇ ਕੱਟ ਗਿਆ। ਕਿਹੜੇ ਸ਼ਹਿਰ 'ਚ ਰਹੇ? ਮੈਂ ਆਬਾ ਖਮੀਸ 'ਚ ਰਹਿ ਗਿਆ ਜੀ, ਖਮੀਸ ਮਸਾਇਦ 'ਚ। ਹੁਣ ਜਿੱਦਾਂ ਹਰਪ੍ਰੀਤ ਆਪਾਂ ਛੁੱਟੇ, ਕਿੱਦਾਂ ਛੁੱਟੇ? ਕਿਸੇ ਨੇ ਮਦਦ ਕਰੀ ਕਿਆ? ਕਿਸੇ ਨੇ ਜੀ ਮਦਦ ਕੀਤੀ। ਸਫਾਰੇ ਵਾਲੇ ਸਾਡਾ ਉੱਥੇ ਕੋਈ ਨਹੀਂ ਜਾ ਕੇ ਖੜਦਾ ਹੈਗਾ ਜੀ। ਸਾਲ ਦੇ ਵਿੱਚ 1 ਵਾਰੀ ਆਉਂਦੇ ਆ। ਉਹਨਾਂ ਨੂੰ ਸੈਲਰੀਆਂ ਇੱਧਰੋਂ ਵੀ ਮਿਲਦੀਆਂ, ਸਰਕਾਰ ਤੇ ਖਾਂਦੇ ਆ ਉਹ ਮੰਤਰੀਆਂ ਤੇ ਲੈ ਕੇ, ਤੇ ਉੱਥੇ ਅਲੱਗ ਮਿਲਦੀ ਹੈ ਜੀ। ਕੋਈ ਨਹੀਂ ਆਉਂਦੇ ਅੱਗੇ, ਬਸ ਆਉਂਦੇ ਆ ਉਹ ਦਿਲਾਸਾ ਦੇ ਕੇ ਬੰਦੇ ਨੂੰ ਚਲ ਜਾਂਦੇ ਆ, ਹਾਂ ਅਸੀਂ ਤੁਹਾਡਾ ਕੰਮ ਕਰਾਂਗੇ। ਜੇ ਮੈਨੂੰ ਹੁਣ ਛਡਾਉਣਾ ਹੁੰਦਾ ਜੀ ਸਫਾਰੇ ਵਾਲਿਆਂ ਜਾਂ ਕਿਸੇ ਹੋਰ ਵੀ ਮੰਤਰੀ ਸ਼ਾਂਤਰੀਆਂ ਜਾਂ ਕੁਛ ਨੇ ਨਹੀਂ ਛਡਾਇਆ ਹੈਗਾ, ਕਿਉਂਕਿ ਜਿਹੜਾ 100 ਰਿਆਲ ਦਾ ਜੁਰਮਾਨਾ ਤਾਂ ਮੰਤਰੀਆਂ ਨੂੰ ਵੀ ਪਤਾ ਤਾਂ ਬੰਦੇ ਦੇ ਸਿਰ ਤੇ ਕੇਸ ਹੈ। 100 ਰਿਆਲ ਦਾ ਜੁਰਮਾਨਾ
ਉਹ ਕਿੱਥੇ ਦਊਂਗਾ ਮੈਂ, ਜੇਲ੍ਹ 'ਚ ਥੋੜਾ ਜਿਹੀ ਉੱਥੇ ਕਮਾਈ ਕਰ ਦੇਦਾ। ਕਿੰਨਾ ਬਣ ਜਾਂਦਾ ਇੱਧਰ 100 ਰਿਆਲ, ਇੱਧਰ ਕਿੰਨਾ ਬਣ ਜਾਂਦਾ? ਇੱਧਰ ਤਾਂ ਜੀ ਹੁਣ ਮੇਰੇ ਖਿਆਲ ਜੀ 25 ਰੁਪਏ ਰੇਟ ਹੈ, 2500 ਰੁਪਏ ਬਣਿਆ ਕਰਦਾ 100 ਦਾ। ਇੰਡੀਅਨ ਕਿੰਨਾ ਬਣ ਗਿਆ? 2500 ਰੁਪਏ ਜੀ। ਸਿਰਫ ਹਾਂਜੀ, ਉਹ ਵੀ ਨਹੀਂ ਭਰਿਆ ਕਿਸੇ ਨੇ? ਉਹ ਕਿਸੇ ਨੇ ਨਹੀਂ ਭਰਿਆ ਜੀ। ਉਹ ਮੈਨੂੰ ਉੱਥੇ ਮੇਰੇ ਦੋਸਤ ਸੀਗੇ ਜਿਹਨੇ ਮੇਰੀ ਹੈਲਪ ਕੀਤੀ ਹੈ ਜੀ। ਤੇ ਫਿਰ ਜਿਵੇਂ ਸਾਲ ਦੀ ਸਜ਼ਾ ਹੋਈ, ਜੇ ਮੈਂ ਨਾ ਉਹ ਜੁਰਮਾਨਾ ਭਰਦਾ ਜੀ ਸ਼ਾਇਦ ਮੈਂ 2 ਸਾਲ 2.5 ਸਾਲ ਹੋਰ ਨਾ ਦਾ। ਸਿਰਫ 2500 ਰੁਪਏ ਖਾਤੇ? ਉਹ 100 ਰੁਪਏ ਕਰਕੇ ਜੀ ਉੱਥੇ ਰਿਆਲਾਂ ਕਰਕੇ। ਦੱਸ ਦਈਏ ਕਿ ਉਕਤ ਵਿਅਕਤੀ 1 ਸਾਲ ਦੀ ਸਜ਼ਾ ਸੁਣਾਈ ਗਈ ਸੀ, ਪਰੰਤੂ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ 1 ਸਾਲ ਤੋਂ ਵੱਧ ਦੀ ਸਜ਼ਾ ਦਿੱਤੀ ਤੇ 7 ਮਹੀਨੇ ਜ਼ਿਆਦਾ ਜੇਲ੍ਹ ਦੇ ਵਿੱਚ ਬੰਦ ਰੱਖਿਆ। ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਨਾਲ ਸੰਪਰਕ ਕੀਤਾ ਗਿਆ। ਸਮਾਜ ਸੇਵੀ ਗੌਰਵ ਰਾਣਾ ਅਤੇ ਦਵਿੰਦਰ ਬਾਜਵਾ ਦੇ ਵੱਲੋਂ ਇਹ ਚੰਗਾ ਕੰਮ ਕੀਤਾ ਗਿਆ, ਜਿਸ ਤੋਂ ਬਾਅਦ ਉਸ ਵਿਅਕਤੀ ਨੂੰ ਘਰ ਵਾਪਸ ਲੈ ਕੇ ਆਇਆ ਗਿਆ। ਦੇਖੋ, ਬੜੀ ਦੁਖਦਾਈ ਘਟਨਾ ਹੁੰਦੀ ਹੈ ਕਿ ਜਦੋਂ ਕਿਸੇ ਮਾਂ ਦਾ ਪੁੱਤ ਕਰਜ਼ੇ ਚੱਕ ਕੇ ਬਾਹਰ ਜਾਂਦਾ ਏ, ਕੰਮਕਾਰ ਦੀ ਆਸ ਨਾਲ ਜਾਂਦਾ ਏ। ਮਾਂ-ਬਾਪ ਨੂੰ ਆਸ ਹੁੰਦੀ ਕਿ ਪਿੱਛੇ ਤੇ ਸਾਡਾ ਮੁੰਡਾ ਬਾਹਰ ਜਾਊਗਾ, ਮਕਾਨ ਬਣੂਗੇ, ਵਿਆਹ ਹੋਣਗੇ, ਬੱਚਿਆਂ ਦੇ ਕਾਰੋਬਾਰ ਸੈੱਟ ਹੋਣਗੇ। ਪਰ ਦੁਖਦਾਈ ਘਟਨਾ ਇਹ ਹੈ ਕਿ ਬੇਸ਼ੱਕ ਹਿੰਦੁਸਤਾਨ ਦੇ ਵਿੱਚ ਨੌਕਰੀਆਂ ਔਰ ਸਿਸਟਮਾਂ ਦੀ ਕਮੀ ਹੈ, ਪਰ ਜਦ ਬਾਹਰਲੇ ਮੁਲਕਾਂ 'ਚ ਜਾ ਕੇ ਮੁੰਡੇ ਐਦਾਂ ਫਸ ਜਾਂਦੇ। ਹਿਊਮਨ ਰਾਈਟ ਨਾਂ ਦੀ ਕੋਈ ਚੀਜ਼ ਨਹੀਂ ਹੈ। ਇਹ ਸਾਊਦੀ ਅਰਬ ਦੀ ਕੰਟਰੀ ਦੀ ਗੱਲ ਕਰ ਲਈਏ ਜਾਂ ਹੋਰ ਕੰਟਰੀਆਂ ਦੀ ਗੱਲ ਕਰ ਲਈਏ, ਦੇਖੋ ਮੁੰਡੇ ਦੇ ਕੇਸ ਕਤਲ ਕੀਤੇ, ਸਭ ਤੋਂ ਘਿਨੌਣੀ ਘਟਨਾ ਹੈ। ਇਹਦੀ ਪੁਰਜ਼ੋਰ ਨਿੰਦਾ ਕਰਦੇ ਆ। ਐਵੇਂ ਅਸੀਂ ਜਿਹੜੇ ਡਰਾਮੇ ਕਰਦੇ ਆ ਇਹ ਬੜੇ ਪਏ ਜੀ, ਸਾਡੇ ਦੇਸ਼ਾਂ ਵਿੱਚ ਆ ਕੇ ਅਸੀਂ ਸਤਿਕਾਰ ਕਰਦੇ ਆ ਹਰੇਕ ਧਰਮਾਂ ਦਾ, ਬਿਲਕੁਲ ਇਹ ਗੱਲ ਗਲਤ ਹੈ। ਇਸ ਮੁੰਡੇ ਨਾਲ ਨਜਾਇਜ਼ ਕੀਤੀ ਗਈ। ਇਹ 1 ਸਾਲ ਕਰੀਬ ਜਿਹੜਾ ਹੈ ਆਪਣੀ ਸਜ਼ਾ ਭੁਗਤਣ ਤੋਂ ਬਾਅਦ ਵੀ ਉੱਥੇ ਰਿਹਾ। ਔਰ ਇੱਕ ਮੈਂ ਕਹੂੰਗਾ ਇਹ ਸਿਸਟਮ ਦੀ ਐਡੀ ਬੜੀ ਕਮਜ਼ੋਰੀ ਹੈ। ਇੱਕ ਸਿਰਫ 2500 ਰੁਪਏ ਪਿੱਛੇ ਮੁੰਡਾ ਇੰਨੀ ਦੇਰ ਬੰਦ ਰਿਹਾ। ਹਿੰਦੁਸਤਾਨ ਦੀ ਜੂਹ ਅੰਦਰ ਅਸੀਂ ਮਾਣ ਨਹੀਂ ਕਰਦੇ, ਜਿੰਨੇ ਜੋਗੇ ਹੈ ਆ ਜਿੰਨੇ ਇਸ਼ੂ ਹੁੰਦੇ ਆ ਉੱਥੇ ਤੱਕ ਅਸੀਂ ਬਾਹ ਲਾ ਦਿੰਦੇ। ਜਿੱਥੇ ਹੁਣ ਕੰਮੇ ਜਿਹੜਾ ਐਕਸਟਰਨਲ ਅਫੇਅਰਸ ਦਾ ਆ ਜਾਂਦਾ, ਬਾਹਰੀ ਸਰਕਾਰਾਂ ਦਾ ਆ ਜਾਂਦਾ, ਉਹ ਉਹਨਾਂ ਵਾਸਤੇ 1 ਸਕਿੰਟ ਦਾ ਕੰਮ ਤਾਂ, ਪਰ ਇਸ ਮੁੰਡੇ ਨੂੰ ਕੀਮਤੀ 1 ਸਾਲ ਜ਼ਿੰਦਗੀ ਦਾ ਫਾਲਤੂ ਉੱਥੇ ਲਾਣਾ ਪਿਆ। ਇਹਦੀ ਬਹੁਤ ਪੁਰਜ਼ੋਰ ਨਿੰਦਾ ਕਰਦੇ ਆ। ਸਰਕਾਰਾਂ ਨੂੰ ਸਬਕ ਲੈਣਾ ਚਾਹੀਦਾ। ਇਹ ਮੈਂ ਕਹਿੰਦਾ ਜਿਹੜਾ ਵੈਸੀਆਂ ਦੇ ਵਿੱਚ ਬਾਹਰਲੀਆਂ ਕੰਟਰੀਆਂ 'ਚ ਅਫਸਰ ਬੈਠੇ ਹੈ, ਲੱਖਾਂ ਰੁਪਏ ਦੇ ਪੈਕੇਜ ਲੈ ਕੇ, ਬੜੀਆਂ ਸਿਕਿਉਰਟੀਆਂ ਲੈ ਕੇ, ਇਹ ਮੈਂ ਕਹਿੰਦਾ ਨਕਾਰਾ ਸਿਸਟਮ ਹੈ। ਜਿਨ੍ਹਾਂ ਨੇ ਇੱਕ ਬੰਦੇ ਦੀ ਪੂਰੇ ਤੁਹਾਡੇ ਮੀਡੀਆ ਦੇ ਸਾਥੀਆਂ ਨੇ ਮੁੱਦਾ ਚੱਕਿਆ, ਉਹ ਕਿਆ ਉਹ 1-2 ਮਿੰਟ ਦੇ ਵਿੱਚ ਉੱਥੇ ਜਾ ਕੇ ਇੱਕ ਫੋਨ ਕਾਲ ਦੀ ਗੱਲ ਸੀਗੀ। ਅੱਜ ਕੱਲ੍ਹ ਤਾਂ ਗੂਗਲ ਪੇ ਪਰ ਰੁਪਈਆ 20-50 ਹਜ਼ਾਰ ਟਰਾਂਸਫਰ ਹੋ ਜਾਂਦਾ। ਅਸੀਂ ਕੋਸ਼ਿਸ਼ਾਂ ਕਰਦੇ ਰਹੇ ਵੀ ਜੇ ਪੈਸਾ ਭੇਜਣਾ ਤਾਂ ਪੈਸਾ ਭੇਜ ਦਿੰਦੇ ਆ, ਇੱਥੇ ਵੀ ਇਕੱਠੇ ਕਰਦੇ ਆ, ਪਰ ਕਿਸੇ ਨੇ ਰਾਹ ਨਹੀਂ ਫੜਾਇਆ। ਰੋਂਦੀ ਰਹੀ ਮਾਂ, ਅੱਖਾਂ ਭਰ ਪੇ ਵਿਚਾਰਾ ਘੁੰਮਿਆ, ਗਲੀ ਥੈਂ ਘੁੰਮਿਆ, ਕਿਸੇ ਨੇ ਸਾਰ ਨਹੀਂ ਫੜੀ। ਆਖਿਰਕਾਰ ਅੱਜ ਮੈਨੂੰ ਇਹ ਗੱਲ ਕਹਿਣੀ ਪੈ ਗਈ ਭਈ ਪ੍ਰਮਾਤਮਾ ਦੀ ਸ਼ਕਤੀ ਜਿਹੜੀ ਅਕਾਲ ਪੁਰਖ ਦੀ ਤਾਕਤ ਹੈ ਇਹਨਾਂ ਸਰਕਾਰਾਂ ਦੇ ਉੱਪਰ ਹੈ, ਉਹੀ ਕੰਮ ਕਰ ਗਈ। ਜੇ ਮੈਂ ਸਹੀ ਮਾਇਨੇ 'ਚ ਕਹਾਂ, ਹੋਰ ਕਿਸੇ ਚੀਜ਼ ਨੇ ਨਹੀਂ ਕੰਮ ਕੀਤਾ, ਤੁਹਾਡੀਆਂ ਦੁਆਵਾਂ ਨੇ ਕੰਮ ਕੀਤਾ, ਇਲਾਕੇ ਦੇ ਲੋਕਾਂ ਦੇ ਜਿਹੜੀਆਂ ਦੁਆਵਾਂ ਨੇ ਕੰਮ ਕੀਤਾ, ਤਾਂ ਇਹ ਮੁੰਡਾ ਅੱਜ ਆਇਆ। ਸ਼ਾਇਦ ਇਹ ਮੁੰਡਾ ਉੱਥੇ ਹੀ ਰਹਿ ਜਾਂਦਾ ਇੱਕ ਸਰਕਾਰਾਂ ਦੀ ਨਲਾयकी करके। देखिए, इस गांव में आज हम उपस्थित हुए हैं, आप सब भी देख रहे हैं कि सऊदी अरब से जो जेल में एक हमारा साथी, हमारा छोटा भाई हरप्रीत बंद था, वो बड़ी मुश्किल के बाद छूटा है कैद से, उसकी रिहाई हुई है। देखिए, हम लोग जिस दिन पहले दिन गौरव राणा जी और हम यहाँ आए थे, अपने हिसाब से जो भी खतों किताबें हम कर सके हमने करी। सफारत खाने में, मिनिस्ट्री ऑफ एक्सटर्नल अफेयर्स में तमाम लोगों से हमने बातचीत करी। लेकिन ये जो होते हैं ये बड़े मसाइल होते हैं, ये हम लोगों के आपके हमारे बस की बात नहीं, क्योंकि इससे पहले भी ऐसे कई केसेस हुए हैं जहाँ पे खुद जा कर के करना पड़ता है। पिछली बार भी ऐसा ही काम हुआ, इस बार भी ऐसा हुआ कि पंजाब गवर्नमेंट तो दूर की बात है, मिनिस्ट्री ऑफ एक्सटर्नल अफेयर से कोई मदद नहीं मिली, कोई इमदाद नहीं मिली। उसके अपने स्तर पे इन्होंने काम किया है, कुछ फ़ाइन दे करके छूटा है। कोई फ़ाइन भी कोई बहुत बड़ा फ़ाइन नहीं था, लेकिन सबसे बड़ी कमी होती है पैरवी की। तो लेकिन देखिए, कई बार क्या होता है कि कुछ ऐसी इलाही बातें होती हैं, परमात्मा को कुछ ऐसा हुक्म हुआ कि उसकी बेचारे की रिहाई हो गई। इनके लिए तो हम बहुत शुक्रगुजार हैं, मीडिया का भी बड़ा धन्यवाद करते हैं और बड़ा खुश हैं कि ये बच्चा हमारा वापसी आ गया है। लेकिन एक बच्चे के आने से बात नहीं बनती है। उसने खुद बताया कि हमारे कितने साथी वहाँ बंद हैं, और जो विदेश मंत्रालय उनके कान पे जूनी रैंक थी वहाँ पे जो हमारी एम्बेसीज़ बनी हैं। तो आपकी मीडिया के माध्यम से ये बात कहेंगे कि देखिए, जो गरीब बच्चे हैं, माँओं के बच्चे, पिताओं के बच्चे जो जाते हैं अपना सारा कुछ बेच करके और इस हालात में वहाँ रहते हैं। सबसे बड़ी दुर्भाग्यपूर्ण घटना ये है कि ये सिख परिवार का बच्चा और इसके केस कत्ल करा दिए। तो बड़ा अमानवीय व्यवहार है। ह्यूमन राइट्स की तरफ से भी हमने चिट्ठी डाली थी, लेकिन कुछ कंट्रीज़ ऐसे हैं जहाँ पर ह्यूमन राइट्स उतना कारगर नहीं होता। इसके लिए भी हम क्षमा प्रार्थी रहते हैं कुछ लोगों से, क्योंकि सऊदी अरब जो है या सऊदी कंट्रीज़ जो हैं वहाँ पर राजशाही का दौर है, तो ह्यूमन राइट्स वहाँ नाम मात्र के हैं। हालांकि प्रयास बदस्तूर जारी हैं। तो आपके माध्यम से यही कहेंगे कि ऐसी घटनाएं ना हो, और कम से कम सरकार के कान पे जूं रहेंगे कि इस तरह से बच्चे जो जाते हैं, क्योंकि इनके पास कोई रोज़गार तो है नहीं,
बेचारे जाते हैं और फंस जाते हैं बुरी तरीके से, तो ट्रैप में आ जाते हैं। तो उसके लिए हम बड़ा विशेष तौर पे आपके माध्यम से कहते हैं कि भाई सरकारें इस चीज़ में काम करें। हम लोगों के बस की बात इतना नहीं होती, जो हमसे बन सकता है मुनासिब हम करते हैं, लेकिन हमारे को इस बात की खुशी है कि ये ठीक से आ गया। और जो रह गए हैं साथी, उनके लिए हम शुभकामना करते हैं, उनके लिए दुआएं करते हैं और सरकार से उम्मीद करते हैं कि उनको कुछ ना कुछ अच्छी सुविधाएं दे और वापस लाया जाए। धन्यवाद। ਨੂਰਪੁਰ ਬੇਦੀ ਤੋਂ ਵਿਮਲ ਸੈਣੀ ਦੀ ਰਿਪੋर्ट, स्काई न्यूज़ पंजाब।